हाँ जी, तो गुड मॉर्निंग स्टूडेंट्स। जिवें तुहानू पता ही है कि आपके साइंस वन लाइनर ਦਾ ਅੱਜ ਕਿੰਨਾ ਡੇ ਹੈ ਜੀ 8th ਡੇ ਹੈ ਹਨਾ। ਤਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਆਪਾਂ ਕੁਐਸਚਨਸ ਕਰ ਰਹੇ ਸੀ ਇਹਦੇ ਵਿੱਚ ਜਿਹੜੇ ਵਨ ਲਾਈਨਰ ਜਾਂ ਫਿਰ ਵਨ ਵਰਡਡ ਹੋਣ ਹਨਾ। ਤਾਂ ਦੇਖੋ ਅੱਜ ਵੀ ਆਪਾਂ ਉਸੇ ਕੁਐਸਚਨਸ ਦੇ ਨਾਲ ਕੰਟੀਨਿਊ ਕਰਾਂਗੇ। ਤਾਂ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਪੀਐਸ ਸੈਟ ਆ ਚੁੱਕੀ ਹੈ, ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਹਨਾ। ਤਾਂ ਤੁਸੀਂ ਤਿਆਰੀ ਵੀ ਕਰਨੀ ਹੋਏਗੀ। ਤਾਂ ਜਿਵੇਂ ਤੁਸੀਂ ਤਿਆਰੀ ਕਰਨੀ ਹੈ ਤਾਂ ਸਾਡਾ ਨਵਾਂ ਬੈਚ ਸ਼ੁਰੂ ਹੋ ਚੁੱਕਿਆ ਹੈ 17 ਅਕਤੂਬਰ ਤੋਂ। ਅਗਰ ਤੁਸੀਂ ਪਿੱਛੇ ਰਹਿ ਗਏ ਤਾਂ ਤੁਹਾਨੂੰ ਰਿਕਾਰਡਡ ਕਲਾਸਿਸ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਣਗੀਆਂ। ਇਸ ਬੈਚ ਨੂੰ ਪਰਚੇਜ਼ ਕਰਨ ਦੇ ਲਈ ਤੁਸੀਂ ਸਾਡੇ ਨੰਬਰ ਤੇ ਕਾਲ ਕਰ ਸਕਦੇ ਹੋ 9710050500 ਤੇ। ਠੀਕ ਹੈ ਜੀ, ਕਰੀਏ ਆਪਾਂ ਆਪਦੇ ਕੁਐਸਚਨਸ ਤੋਂ ਸ਼ੁਰੂ। ਹਾਂਜੀ, ਤਾਂ ਦੇਖੋ ਆਪਣਾ ਫਸਟ ਕੁਐਸਚਨ ਕੀ ਹੈ ਅੱਜ ਦਾ। ਐਟ ਵਾਟ ਟੈਂਪਰੇਚਰ ਆਰ ਮੋਸਟ ਆਫ ਦਾ ਐਂਜ਼ਾਈਮਸ ਮੋਸਟਲੀ ਐਕਟਿਵ। ਉਹ ਕਹਿੰਦੇ ਕਿ ਜਿੰਨੇ ਵੀ ਐਂਜ਼ਾਈਮਸ ਹੁੰਦੇ ਨੇ ਨਾ ਉਹ ਕਿਹੋ ਜਿਹੇ ਟੈਂਪਰੇਚਰ ਦੇ ਉੱਪਰ ਐਕਟਿਵ ਹੁੰਦੇ ਨੇ। ਦੇਖੋ ਜਿੰਨੇ ਵੀ ਮੋਸਟਲੀ ਐਂਜ਼ਾਈਮਸ ਹੁੰਦੇ ਨੇ ਉਹਨਾਂ ਨੂੰ ਨਾਰਮਲ ਟੈਂਪਰੇਚਰ ਚਾਹੀਦਾ ਹੁੰਦਾ ਹੈ। ਉਹਨਾਂ ਨੂੰ ਨਾਰਮਲ ਟੈਂਪਰੇਚਰ ਚਾਹੀਦਾ ਹੁੰਦਾ ਹੈ ਐਕਟਿਵ ਹੋਣ ਦੇ ਲਈ ਜਾਂ ਫਿਰ ਆਪਦੀ ਐਕਟੀਵਿਟੀ ਕਰਨ ਦੇ ਲਈ। ਤਾਂ ਦੇਖੋ ਕਈਆਂ ਨੂੰ ਤਾਂ ਬਹੁਤ ਘੱਟ ਟੈਂਪਰੇਚਰ ਚਾਹੀਦਾ ਹੁੰਦਾ ਹੈ, ਕਈਆਂ ਨੂੰ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਹੈ। ਤਾਂ ਉਸ ਦੇ ਅਕੋਰਡਿੰਗ ਉਹਨਾਂ ਨੇ ਰਾਉਂਡ ਆਫ ਕਰਕੇ ਆਪਾਂ ਕੀ ਕਹਿ ਦਿੰਦੇ ਹਾਂ ਕਿ ਬਿਟਵੀਨ ਆਪਾਂ ਨੂੰ ਕਿੰਨਾ ਟੈਂਪਰੇਚਰ ਚਾਹੀਦਾ ਹੁੰਦਾ ਹੈ ਬਿਟਵੀਨ 20 ਡਿਗਰੀ ਸੈਲਸੀਅਸ ਟੂ 35 ਡਿਗਰੀ ਸੈਲਸੀਅਸ। ਜਿੰਨੇ ਵੀ ਐਂਜ਼ਾਈਮਸ ਉਹਨਾਂ ਨੂੰ ਇਸ ਬਿਟਵੀਨ 20 ਡਿਗਰੀ ਸੈਲਸੀਅਸ ਟੂ 35 ਡਿਗਰੀ ਸੈਲਸੀਅਸ ਤੱਕ ਦਾ ਟੈਂਪਰੇਚਰ ਚਾਹੀਦਾ ਹੁੰਦਾ ਹੈ ਐਕਟਿਵ ਹੋਣ ਦੇ ਲਈ। ਠੀਕ ਹੈ ਜੀ, ਹਾਂਜੀ। ਤਾਂ ਆਪਣਾ ਨੈਕਸਟ ਕੁਐਸਚਨ ਕੀ ਹੈ। ਫਰਸਟ ਲਾਈਫ ਔਨ ਅਰਥ ਵਾਸ। ਉਹ ਕਹਿੰਦੇ ਕਿ ਅਰਥ ਦੇ ਉੱਪਰ ਜਿਹੜੀ ਸੀ ਪਹਿਲੀ ਲਾਈਫ ਐਗਜ਼ਿਸਟ ਹੋਈ ਸੀ ਉਹ ਆਰਗੈਨਿਜ਼ਮਸ ਕਿਹੜੇ ਸੀ। ਦੇਖੋ ਜੀ ਪਹਿਲੀ ਲਾਈਫ ਜਿਹਨਾਂ ਦੀ ਐਗਜ਼ਿਸਟ ਹੋਈ ਸੀ ਅਰਥ ਦੇ ਉੱਪਰ ਤਾਂ ਉਹ ਜਿਹੜੇ ਆਰਗੈਨਿਜ਼ਮ ਸੀ ਉਹ ਕੀ ਸੀ ਜੀ ਕੀਮੋਹੈਟਰੋਟ੍ਰॉफ ਸੀ। ਦੇਖੋ ਕੀਮੋਹੈਟਰੋਟ੍ਰॉफ्स ਕਿਹੜੇ ਆਰਗੈਨਿਜ਼ਮਸ ਹੁੰਦੇ ਆ ਜਿਹੜੇ ਆਪਦੀ એનર્ਜੀ ਕਿੱਥੋਂ ਲੈਂਦੇ ਆ ਆਰਗੈਨਿਕ ਕੰਪਾਊਂਡਸ ਲੈਂਦੇ ਆ। ਦੇਖੋ ਆਰਗੈਨਿਕ ਕੰਪਾਊਂਡਸ ਬੇਸਿਕਲੀ ਕਿਹੜੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਕਾਰਬਨ ਤੇ ਹਾਈਡਰੋਜਨ ਪ੍ਰੈਜ਼ੈਂਟ ਹੁੰਦਾ ਹੈ। ਤਾਂ ਸਮਝ ਲੱਗ ਗਈ ਇੱਥੋਂ ਤੱਕ ਕਿ ਕਿਹੜੇ ਜਿਹੜੇ ਪਹਿਲੇ ਆਰਗੈਨਿਜ਼ਮ ਸੀ ਜਿਹੜੇ ਐਗਜ਼ਿਸਟ ਹੋਏ ਸੀ ਅਰਥ ਦੇ ਉੱਪਰ ਤਾਂ ਕੀਮੋਹੈਟਰੋਟ੍ਰॉफ्स ਹੋਏ ਸੀ। ਠੀਕ ਹੈ ਜੀ, ਹਾਂਜੀ। ਤਾਂ ਦੇਖੋ ਨੈਕਸਟ ਕੁਐਸਚਨ ਕੀ ਹੈ ਆਪਣਾ। ਵਨ ਆਫ ਦਾ ਪੋਸੀਬਲ अर्ਲੀ ਸੋਰਸਿਸ ਆਫ એનર્ਜੀ ਵਾਸ। ਉਹ ਕਹਿੰਦੇ ਕਿ ਬਹੁਤ ਪੁਰਾਣਾ ਜਿਹੜਾ ਸੋਰਸ ਆਫ એનર્ਜੀ ਸੀ ਜਿਹੜਾ ਅਰਥ ਦੇ ਉੱਪਰ ਪ੍ਰੈਜ਼ੈਂਟ ਸੀ ਤਾਂ ਉਹ ਕਿਹੜਾ ਸੀ। ਦੇਖੋ ਲਾਈਟ ਤਾਂ ਸੀ ਹਨਾ, ਸਨ ਤਾਂ ਸੀਗਾ ਹੀ ਸੀ। ਤਾਂ ਫਿਰ ਕਿਹੜਾ ਸੀਗਾ ਪੁਰਾਣਾ ਸੋਰਸ ਤਾਂ ਕਿਹੜੇ ਸੀ ਯੂਵੀ ਰੇਜ਼ ਸੀਗੀਆਂ ਜੋ ਸਾਰਿਆਂ ਨਾਲ ਪੁਰਾਣੀ ਜਾਂ ਸਾਰਿਆਂ ਨਾਲ अर्ਲੀ ਸੋਰਸਿਸ ਆਫ એનર્ਜੀ ਪਾਈਆਂ ਜਾਂਦੀਆਂ ਸੀ। ਠੀਕ ਹੈ ਜੀ, The next question ਕੀ ਹੈ ਆਪਣਾ fourth question ਕੀ ਹੈ। First experiment regarding evolution of life was performed by। ਦੇਖੋ evolution ਕੀ ਹੁੰਦਾ, ਦੇਖੋ ਜਦੋਂ ਵਿਕਾਸ ਹੁੰਦਾ ਹੈ ਕਿਸੇ ਚੀਜ਼ ਦਾ, ਜਦੋਂ ਆਪਾਂ ਪਹਿਲਾਂ ਵੀ ਆਪਾਂ ਕਿੱਥੋਂ ਡਿਵੈਲਪ ਹੋਏ ਆ ਮੰਕੀਜ਼ ਤੋਂ ਜਾਂ ਚਿੰਪੈਂਜੀਜ਼ ਤੋਂ ਤੁਸੀਂ ਕਹਿ ਦਿੰਦੇ ਹੋ ਹਨਾ। ਤਾਂ ਇਸੇ ਤਰੀਕੇ ਨਾਲ ਜਿਹੜੇ ਜਿੰਨੇ ਵੀ ਆਰਗੈਨਿਜ਼ਮਸ ਨੇ ਉਹਨਾਂ ਦਾ ਪਹਿਲਾਂ ਜਿਹੜਾ ਪਿੱਛੇ ਜੋ ਆਰਗੈਨਿਜ਼ਮਸ ਤੋਂ ਡਿਵੈਲਪ ਹੋਏ ਨੇ ਉਸ ਪ੍ਰੋਸੈਸ ਨੂੰ ਤੁਸੀਂ ਕੀ ਕਹਿ ਦਿੰਦੇ ਹੋ ਐਵੋਲੂਸ਼ਨ ਕਹਿ ਦਿੰਦੇ ਹੋ ਕਿ ਹਰ ਵਾਰੀ ਚੇਂਜਸ ਆਏ ਨੇ ਹਰ ਸਪੀਸ਼ੀਜ਼ ਦੇ ਵਿੱਚ। ਠੀਕ ਹੈ, ਤਾਂ ਉਹ ਪੁੱਛ ਰਹੇ ਨੇ ਕਿ ਫਸਟ ਐਕਸਪੈਰੀਮੈਂਟ ਸੀ ਜਿਹੜਾ ਐਵੋਲੂਸ਼ਨ ਦੇ ਰਿਗਾਰਡਿੰਗ ਉਹ ਕਿੰਨੇ ਕਰਕੇ ਦਿਖਾਇਆ ਸੀ। ਤਾਂ ਦੇਖੋ ਕਿੰਨੇ ਕਰਿਆ ਸੀ ਯੂਰੀ ਐਂਡ ਮਿਲਰ ਨੇ ਜਿਹੜਾ ਸੀਗਾ ਪਹਿਲਾ ਐਕਸਪੈਰੀਮੈਂਟ ਕੀਤਾ ਸੀਗਾ ਕਿਸ ਦੇ ਬੇਸ ਦੇ ਉੱਪਰ ਐਵੋਲੂਸ਼ਨ ਦੇ ਬੇਸ ਦੇ ਉੱਪਰ। ਠੀਕ ਹੈ ਜੀ, ਚਲਿਏ ਨੈਕਸਟ ਕੁਐਸਚਨ ਵੱਲ। ਹਾਂਜੀ, ਤਾਂ ਆਪਣਾ ਨੈਕਸਟ ਕੁਐਸਚਨ ਕੀ ਹੈ। ਦੇਖੋ ਤੁਹਾਨੂੰ ਪਤਾ ਹੀ ਹੈ ਕਿ ਪੇਪਰ ਆਉਣ ਵਾਲਾ ਹੈ ਇਸ ਕਰਕੇ ਤੁਹਾਨੂੰ ਤਿਆਰੀ ਕਰਨੀ ਬਹੁਤ ਜ਼ਰੂਰੀ ਹੈ ਤੇ ਸਾਡਾ ਟਾਈਮ ਟੇਬਲ ਹੈ ਜੋ YouTube ਕਲਾਸਿਸ ਦੇ ਲਈ ਰਹੇਗਾ ਤਾਂ ਤੁਸੀਂ ਨੋਟ ਕਰ ਸਕਦੇ ਹੋ ਤੇ YouTube ਕਲਾਸ ਮਿਸ ਨਹੀਂ ਕਰਨੀ। ਠੀਕ ਹੈ, ਹਾਂਜੀ। ਤਾਂ ਨੈਕਸਟ ਕੁਐਸਚਨ ਦੇਖੋ ਕੀ ਹੈ ਆਪਣਾ ਫਿਫਥ ਕੁਐਸਚਨ ਕੀ ਹੈ। ਕੁਐਸਰ ਵੇਟਸ ਵਰ ਫਾਊਂਡ ਬਾय। ਦੇਖੋ ਪਹਿਲੀ ਗੱਲ ਤਾਂ ਕੁਐਸਰ ਵੇਟਸ ਕੀ ਹੁੰਦੇ ਆ। ਕੁਐਸਰ ਵੇਟਸ ਨਾ ਛੋਟੇ ਛੋਟੇ ਡੈਂਸ ਪਾਰਟੀਕਲਸ ਹੁੰਦੇ ਆ ਜੋ ਮੈਕਰੋਮੋਲੀਕੂਲਸ ਦੇ ਨਾਲ ਬਣੇ ਹੁੰਦੇ ਆ। ਮੈਕਰੋਮੋਲੀਕੂਲਸ ਕਿਹੜੇ ਮੈਕਰੋਮੋਲੀਕੂਲਸ ਦੇ ਨਾਲ ਬਣੇ ਹੁੰਦੇ ਆ ਜੀ ਪ੍ਰੋਟੀਨਸ ਫੈਟਸ ਹੋਰ ਇਹਨਾਂ ਦੇ ਵਿੱਚ ਅਮੀਨੋ ਐਸਿਡਸ ਪਾਏ ਜਾਂਦੇ ਆ ਹਨਾ। ਤੇ ਇਹ ਕਹਿ ਰਹੇ ਨੇ ਕੁਐਸਰ ਵੇਟਸ ਜਿਹੜੇ ਨੇ ਉਹ ਕਿੰਦੇ ਨਾਲ ਬਣਦੇ ਨੇ। ਦੇਖੋ ਬਣੇ ਤਾਂ ਪ੍ਰੋਟੀਨਸ ਦੇ ਹੁੰਦੇ ਆ ਬਟ ਕਿੰਦੇ ਨਾਲ ਬਣੇ ਹੁੰਦੇ ਆ ਪੋਲੀਮਰਾਈਜੇਸ਼ਨ ਦੇ ਨਾਲ ਬਣੇ ਹੁੰਦੇ ਕਿਉਂਕਿ ਇਹਨਾਂ ਵਿੱਚ ਬਹੁਤ ਸਾਰੇ ਪੋਲੀਮਰਸ ਪਾਏ ਜਾਂਦੇ ਨੇ। ਤਾਂ ਪੋਲੀਮਰਸ ਜਦੋਂ ਬਣਦੇ ਨੇ ਪੋਲੀਮਰ ਜਦੋਂ ਇੱਕ ਦੂਸਰੇ ਦੇ ਨਾਲ ਐਗਰੀਗੇਟ ਹੁੰਦੇ ਨੇ ਜਾਂ ਫਿਰ ਉਹਨਾਂ ਦੇ ਨਾਲ ਆ ਕੇ ਜੁੜਦੇ ਨੇ ਤਾਂ ਉਹ ਜਿਹੜਾ ਹੈ ਉਸ ਪ੍ਰੋਸੈਸ ਨੂੰ ਤੁਸੀਂ ਕੀ ਕਹਿ ਦਿੰਦੇ ਹੋ ਪੋਲੀਮਰਾਈਜੇਸ਼ਨ ਜਾਂ ਫਿਰ ਤੁਸੀਂ ਇਹਨੂੰ ਕੀ ਕਹਿ ਸਕਦੇ ਹੋ ਐਗਰੀਗੇਸ਼ਨ ਕਹਿ ਸਕਦੇ ਹੋ। ਠੀਕ ਹੈ ਜੀ, ਚਲਿਏ ਆਪਾਂ ਨੈਕਸਟ ਕੁਐਸਚਨ ਵੱਲ। ਹਾਂਜੀ, ਤਾਂ ਆਪਣਾ ਨੈਕਸਟ ਕੁਐਸਚਨ ਕੀ ਹੈ। ਮਿਲਰ ਐਂਡ ਯੂਰੇ ਪਰਫਾਰਮਡ ਐਨ ਐਕਸਪੈਰੀਮੈਂਟ ਟੂ ਪ੍ਰੂਵ origin of life। They look for gases NH3 and H2 along with। ਉਹ ਕਹਿੰਦੇ ਕਿ ਮਿਲਰ ਤੇ ਯੂਰੇ ਨੇ ਐਕਸਪੈਰੀਮੈਂਟ ਪਰਫਾਰਮ ਕਰਿਆ ਸੀਗਾ ਕਿਹਨੂੰ ਪ੍ਰੂਵ ਕਰਨ ਦੀ origin of life ਨੂੰ ਪ੍ਰੂਵ ਕਰਨ ਦੇ ਲਈ ਕਿ ਜਿਹੜੀ ਲਾਈਫ ਹੈ ਉਹ ਕਿੱਥੋਂ ਅਰਾਈਜ਼ ਹੋਈ ਔਰ ਓਰੀਜੀਨੇਟ ਕਿੱਥੋਂ ਹੋਈ ਹੈ ਨਾ। ਦੇਖ ਤਾਂ ਉਹਨਾਂ ਨੇ ਕਿਹੜੇ ਕਿਹੜੇ ਗੈਸਿਸ ਦੇਖੀਆਂ ਸੀ। ਇੱਕ ਤਾਂ ਦੇਖੀ ਸੀ ਉਹਨਾਂ ਨੇ NH3 ਤੇ ਦੂਸਰੀ ਦੇਖੀ ਸੀ
ਹਾਈਡਰੋਜਨ ਗੈਸ, ਹੈ ਨਾ, ਐਮੋਨੀਆ ਗੈਸ ਤੇ ਹਾਈਡਰੋਜਨ ਗੈਸ। ਪਰ ਪੁੱਛ ਰਹੇ ਨੇ ਕਿ ਦੋ ਹੋਰ ਵੀ ਐਵੇਂ ਦੀ ਚੀਜ਼ਾਂ ਸੀਗੀਆਂ ਜੋ ਉਹਨਾਂ ਨੇ ਵਿੱਚ ਕੰਸੀਡਰ ਕਰੀਆਂ, ਤਾਂ ਉਹਨਾਂ ਨੇ ਕੀ ਕੀ ਹੋਰ ਕੰਸੀਡਰ ਕਰਿਆ ਸੀ, ਉਹਨਾਂ ਨੇ ਕੀ ਕੰਸੀਡਰ ਕਰਿਆ ਸੀ, ਵਾਟਰ ਤੇ ਮਿਥੇਨ। ਤਾਂ ਤੁਸੀਂ ਯਾਦ ਰੱਖਣਾ ਹੈ ਕਿ ਉਹਨਾਂ ਨੇ ਚਾਰ ਚੀਜ਼ਾਂ ਲਈ ਦੇਖਿਆ ਸੀਗਾ, ਕੌਣ ਕੌਣ, ਐਮੋਨੀਆ, ਵਾਟਰ, ਹਾਈਡਰੋਜਨ ਤੇ ਮਿਥੇਨ। ਹਾਂਜੀ, ਤਾਂ ਨੈਕਸਟ ਕੁਐਸਚਨ ਕੀ ਹੈ ਆਪਣਾ, ਦੇਖੋ नेक्स्ट क्वेश्चन की है, अकॉर्डिंग टू ऑपरिन व्हाट वाज नॉट प्रेजेंट इन प्रिमिटिव एटमॉस्फेयर ऑफ अर्थ। देखो प्रिमिटिव का मतलब होता है पुराना, वो कहते कि पुरानी जो धरती सी, है ना, ओपरिन ने की किया कि पुराने एटमॉस्फेयर दे विच कुछ एवें दी चीज नहीं प्रेजेंट सी जो हुण प्रेजेंट है। तो देखो की चीज सी जो पहला नहीं प्रेजेंट सी ओपरिन दे अकॉर्डिंग अपने पुराने एटमॉस्फेयर दे विच अर्थ दे उपर, तो की नहीं प्रेजेंट सी जी, ऑक्सीजन नहीं प्रेजेंट सी। देखो जो उन्होंने पता ही नहीं है ना, जो हाले लाइफ एग्जिस्ट हो ही नहीं सी अर्थ पे, तो प्लांट्स भी नहीं हैगे सी, एनिमल्स भी नहीं हैगे सी। जब प्लांट्स नहीं हैगे सी तो फिर ऑक्सीजन नहीं सी प्रेजेंट। तो इस तरीके नाल ओपरिन ने ये कहता सी कि भी पुरानी अर्थ के उपर जिहड़ी सी ऑक्सीजन प्रेजेंट नहीं सी। ठीक है जी। नेक्स्ट क्वेश्चन देखो की है, स्वैन नेक फ्लास्क एक्सपेरिमेंट वाज परफॉर्म्ड बाय। देखो स्वैन नेक फ्लास्क एक्सपेरिमेंट किने परफॉर्म किया सी। पहली गल तो देखो जी जड़ा स्वैन नेक एक्सपेरिमेंट है वो कादे लई परफॉर्म करे गए सी, ये चेक करने के लिए कि जिहड़ी लाइफ है वो कित्थों अराइज हुई है ना, बहुत सारे एवें दे एक्सपेरिमेंट होए सी। तो स्वैन नेक एक्सपेरिमेंट किने कीता सी, लुईस पास्चर ने कीता सी। लुईस पास्चर ने ये एक्सपेरिमेंट नू परफॉर्म करिया सी। तो स्वैन नेक क्यों कहते हैं, स्वैन नेक फ्लास्क वाला क्योंकि है, क्योंकि देखो स्वैन तुसी देखी होगी है ना, उनकी गर्दन भी एवें हुंदी है, तो इनका फ्लास्क भी जिहड़ा सी वो इस शेप दा सीगा, जिस करके इनू आपां किहड़ा एक्सपेरिमेंट कह दिंदे आ, स्वैन नेक फ्लास्क एक्सपेरिमेंट कह दिंदे आ जी। ठीक है जी। उस तो बाद देखो नेक्स्ट क्वेश्चन की है, हाँ जी, क्वेसरवेट्स वर एक्सपेरिमेंटली प्रोड्यूस्ड बाय। देखो उस तो बाद जो एक्सपेरिमेंट किया गया तो उन्होंने पता लगे कि क्वेसरवेट्स जिहड़े ने वो कित्थों प्रोड्यूस होए ने, जिहड़े मैक्रोमोलिक्यूल्स बने सीगे वो किन्ना तो बने सी। तो देखो किन्ना तो बने सी, ओपेरिन एंड सिडनी फॉक्स तो। ठीक है जी। हाँ जी, तो आज का अपना लास्ट क्वेश्चन की है, एबियोजेनेसिस, हु गेव द टर्म एबियोजेनेसिस। देखो एबियोजेनेसिस का मतलब की हुंदा है, एबियोजेनेसिस भी एक तरह की थ्योरी सीगी जिन्हें तो पता लग्या सी भी अर्थ दे उपर जिहड़ा है ओरिजिन ऑफ स्पीशीज किवें होया सी, कि जिहड़े स्पीशीज ने वो किन्ना तो ओरिजिनेट होए सी। जदों उन्होंने थ्योरी करी तो उन्होंने पता लग्या भी जिन्ने भी स्पीशीज या फिर जिन्नी भी अर्थ के उपर ओरिजिनेट हुई है वो किसी ना किसी नॉन लिविंग सबसटांस तो ही बनी है, नॉन लिविंग थिंग्स तो ही अपनी लाइफ एग्जिस्ट हुई है अर्थ के उपर। ठीक है, तो किने दिता सीगा एबियोजेनेसिस दा, थॉमस हेनरी हग्सले। तो याद रखना तुसी एबियोजेनेसिस दा टर्म किने दिती सीगी, थॉमस हेनरी हग्सले ने, जिसका मतलब किया है, जिस तो पता लगता है भी जिहड़ी अपनी लाइफ है वो कित्थों एग्जिस्ट करी है, नॉन लिविंग थिंग्स तो एग्जिस्ट करी है। ठीक है जी, रखते हैं आप आज का सेशन इत्थों तक ही, फिर दोबारा मिलांगे। थैंक यू जी, थैंक यू सो मच।